ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਪੰਜਾਬ ਦਾ ਇੱਕ ਮਸ਼ਹੂਰ ਪਿੰਡ ਜਿਸ ਦਾ ਨਾਂ ਹੈ ਰੋਡੇ, ਇਸ ਨੂੰ ਸੰਸਾਰ ਦੇ ਵਿੱਚ ਕੌਣ ਨਹੀਂ ਜਾਣਦਾ ਹੈਗਾ। ਭਾਵ ਗੁਰਸਿੱਖ ਤਾਂ ਜਾਣਦੇ ਬਾਕੀ ਧਰਮਾਂ ਦੇ ਲੋਕ ਵੀ ਇਸ ਪਿੰਡ ਦਾ ਨਾਂ ਭਲੀ ਭਾਂਤੀ ਜਾਣਦੇ ਆ। ਕਿਉਂਕਿ ਇਸ ਪਿੰਡ ਦੇ ਵਿੱਚ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਇਸ ਨਗਰ ਦੇ ਅੰਦਰ ਆਗਮਨ ਹੋਇਆ ਸੀ ਉਹਨਾਂ ਟਾਈਮਾਂ ਦੇ ਵਿੱਚ। ਸੋ ਇਸ ਪਿੰਡ ਦੀ ਜਿਹੜੀ ਪਵਿੱਤਰਤਾ ਹੈਗੀ ਆ, ਇਸ ਦੀ ਸ਼ੋਅ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਸ਼ੁਰੂ ਹੋਈ ਆ। ਸੋ ਇਹ ਜਿਹੜਾ ਪਿੰਡ ਹੈਗਾ, ਇਹ ਪੰਜਾਬ ਦੇ ਅੱਜ ਕੱਲ੍ਹ ਮੋਹਰੀ ਪਿੰਡਾਂ ਦੇ ਵਿੱਚੋਂ ਗਿਣਿਆ ਜਾਂਦਾ ਹੈਗਾ। ਸੋ ਇਸ ਪਿੰਡ ਦਾ ਅਗਰ ਅਸੀਂ ਥੋੜ੍ਹਾ ਜਿਹਾ ਪਿਛੋਕੜ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਪਿੰਡ ਦੇ ਵਿੱਚ ਦੋ ਸਕੇ ਭਰਾ ਸੰਤ ਬਾਬਾ ਜਰਨੈਲ ਸਿੰਘ ਹੋਣਾ ਦੇ ਪਹਿਲੇ ਵੱਡੇ ਵਡੇਰਿਆਂ 'ਚ ਹੋਏ ਆ। ਇੱਕ ਦਾ ਨਾਮ ਸੀਗਾ ਸਰਦਾਰ ਹਰਨਾਮ ਸਿੰਘ ਅਤੇ ਦੂਜੇ ਦਾ ਨਾਮ ਸੀ ਸਰਦਾਰ ਜਵਾਲਾ ਸਿੰਘ। ਇਹ ਦੋਨੇ ਸਕੇ ਭਰਾ ਸੀਗੇ। ਉਹਨਾਂ ਟਾਈਮਾਂ ਦੇ ਵਿੱਚ ਇਸੇ ਹੀ ਨਗਰ ਦੇ ਵਿੱਚ ਸੰਤ ਹਰੀ ਸਿੰਘ ਅਤੇ ਸੰਤ ਕਿਰਪਾਲ ਸਿੰਘ ਨਿਵਾਸ ਰੱਖਦੇ ਹੁੰਦੇ ਸੀ। ਸੋ ਇਹ ਜਿਹੜੇ ਮਹਾਂਪੁਰਖ ਸੀਗੇ, ਇਸ ਇਲਾਕੇ ਦੇ ਵਿੱਚ ਸਿੱਖੀ ਦਾ ਥੰਮ ਸੀਗਾ। ਅਤੇ ਇਹ ਜਿਹੜੇ ਮਹਾਂਪੁਰਖ ਸੀਗੇ, ਉਹਨਾਂ ਟਾਈਮਾਂ ਦੇ ਵਿੱਚ ਦੂਰ ਦਰਾਡੇ ਆਪਣੇ ਨਗਰ ਦੇ ਵਿੱਚ ਰਹਿ ਕੇ ਜਾਂ ਦੂਸਰੇ ਪਿੰਡਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹੁੰਦੇ ਸੀ। ਸੋ ਸਰਦਾਰ ਹਰਨਾਮ ਸਿੰਘ ਅਤੇ ਸਰਦਾਰ ਜਵਾਲਾ ਸਿੰਘ ਦੀ ਇਹਨਾਂ ਮਹਾਂਪੁਰਖਾਂ ਦੇ ਨਾਲ ਕਾਫੀ ਬਹਿਣੀ ਉੱਠਣੀ, ਮਿੱਤਰਤਾ ਅਤੇ ਪਿਆਰ ਬਣਿਆ ਰਹਿੰਦਾ ਸੀਗਾ। ਸੋ ਸਰਦਾਰ ਹਰਨਾਮ ਸਿੰਘ ਅਤੇ ਜਵਾਲਾ ਸਿੰਘ ਜੀ ਦਾ ਅਸਰ ਜਿਹੜਾ ਸੀਗਾ, ਇਹਨਾਂ ਮਹਾਂਪੁਰਖਾਂ ਦੀ ਗੁਰਬਾਣੀ ਦਾ ਹੋਣਾ ਇਹਨਾਂ 'ਤੇ ਕੁਦਰਤੀ ਸੀ। ਪਰ ਸਰਦਾਰ ਜਵਾਲਾ ਸਿੰਘ ਹੁਣਾਂ ਨੇ ਆਪਣੇ ਸਮੇਂ ਦੇ ਵਿੱਚ ਸ਼ਾਦੀ ਨਹੀਂ ਕੀਤੀ। ਪਰ ਸਰਦਾਰ ਹਰਨਾਮ ਸਿੰਘ ਹੁਣਾਂ ਨੇ ਜਿਹੜੀ ਸੀ ਆਪਣੇ ਸਮੇਂ ਦੇ ਵਿੱਚ ਜਦ ਗ੍ਰਸਤੀ ਜੀਵਨ ਜਿਹੜਾ ਸੀਗਾ ਧਾਰਨ ਕੀਤਾ, ਤਾਂ ਉਹਨਾਂ ਟਾਈਮਾਂ ਦੇ ਵਿੱਚ ਹਰਨਾਮ ਸਿੰਘ ਦੀ ਜਿਹੜੀ ਸ਼ਾਦੀ ਸੀ ਪਿੰਡ ਹੇਰਾਂ, ਜਿਹੜਾ ਮੋਗਾ ਨਿਵਾਸੀ ਆ, ਉੱਥੇ ਬੀਬੀ ਆਨੰਦ ਕੌਰ ਜੀ ਦੇ ਨਾਲ ਹੋਈ ਸੀ। ਇਸ ਸ਼ਾਦੀ ਤੋਂ ਬਾਅਦ ਜਦ ਜਿਹੜੀ ਸੰਤਾਨ ਇਹਨਾਂ ਦੇ ਘਰ ਦੇ ਵਿੱਚ ਪੈਦਾ ਹੋਈ ਆ, ਸਭ ਤੋਂ ਪਹਿਲਾਂ ਦੋ ਪੁੱਤਰ ਸਰਦਾਰ ਹਰਨਾਮ ਸਿੰਘ ਦੇ ਹੋਏ, ਪਰ ਦੋਨੇ ਜਿਹੜੇ ਸੀ ਛੋਟੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਗਏ। ਉਸ ਤੋਂ ਬਾਅਦ ਫਿਰ ਤਿੰਨ ਜਿਹੜੇ ਸੀ ਉਹ ਪੁੱਤਰ ਸਰਦਾਰ ਹਰਨਾਮ ਸਿੰਘ ਦੇ ਹੋਏ। ਇੱਕ ਦਾ ਨਾਂ ਸੱਜਣ ਸਿੰਘ ਸੀ, ਦੂਸਰੇ ਦਾ ਨਾਂ ਸਰਦਾਰ ਜੋਗਿੰਦਰ ਸਿੰਘ, ਤੀਸਰੇ ਦਾ ਨਾਂ ਸੀ ਸਰਦਾਰ ਨਗਿੰਦਰ ਸਿੰਘ। ਇਸ ਤੋਂ ਬਾਅਦ ਦੋ ਬੇਟੀਆਂ ਹੋਈਆਂ ਅਤੇ ਇੱਕ ਦਾ ਨਾਂ ਸੀ ਹਰਕੌਰ ਅਤੇ ਦੂਸਰੀ ਦਾ ਨਾਂ ਸੀ ਜਸਪਾਲ ਕੌਰ। ਸੋ ਇਹ ਜਿਹੜਾ ਪਰਿਵਾਰ ਸੀ, ਕਿਉਂਕਿ ਸ਼ੁਰੂ ਦੇ ਵਿੱਚ ਹੀ ਸਿੱਖੀ ਦੀ ਪ੍ਰੀਤ ਦੇ ਨਾਲ ਚੰਗੀ ਤਰ੍ਹਾਂ ਰੰਗਿਆ ਗਿਆ ਸੀਗਾ, ਇਸ ਕਰਕੇ ਸਮਾਂ ਆਏ ਅਤੇ ਇਹ ਪਰਿਵਾਰ ਦੀ ਜਿਹੜੀ ਅਗਲੀ ਵੰਸ਼ ਸੀਗੀ, ਜਿਹਦੇ ਵਿੱਚੋਂ ਸਰਦਾਰ ਸੱਜਣ ਸਿੰਘ ਅਤੇ ਸਰਦਾਰ ਜੋਗਿੰਦਰ ਸਿੰਘ ਦੀ ਜਿਹੜੀ ਕੜਮਾਈ ਸੀ, ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਦੇ ਪਿਤਾ ਸਰਦਾਰ ਹਰਨਾਮ ਸਿੰਘ ਨੇ ਜਿਹੜੀ ਸੀ ਆਪਣੇ ਸਮੇਂ ਨੂੰ ਮੁੱਖ ਰੱਖਦੇ ਕੀਤੀ ਸੀ, ਜਿਹਦੇ ਵਿੱਚ ਸੱਜਣ ਸਿੰਘ ਜਿਹੜੇ ਸੀਗੇ ਇਹ ਪਿੰਡ ਗਾਲਬ ਕਲਾਂ ਸੂਬੇਦਾਰ ਬਚਨ ਸਿੰਘ ਦੀ ਜਿਹੜੀ ਪੁੱਤਰੀ, ਜਿਹਦਾ ਨਾਂ ਸੀਗਾ ਨਿਹਾਲ ਕੌਰ, ਉਹਦੇ ਨਾਲ ਕੜਮਾਈ ਕਰ ਦਿੱਤੀ ਸੀ। ਅਤੇ ਦੂਸਰੇ ਸਰਦਾਰ ਜੋਗਿੰਦਰ ਸਿੰਘ ਹੁਣਾਂ ਦੀ ਜਿਹੜੀ ਕੜਮਾਈ ਸੀ, ਇਹ ਪਿੰਡ ਡਾਲਾ ਦੇ ਸਰਦਾਰ ਅਰਜਨ ਸਿੰਘ ਦੀ ਸੁਪੁੱਤਰੀ ਬੀਬੀ ਧਨ ਕੌਰ ਜੀ ਦੇ ਨਾਲ ਕੀਤੀ ਸੀ। ਇਸ ਕੜਮਾਈ ਤੋਂ ਬਾਅਦ ਐਸਾ ਕਾਲ ਚੱਕਰ ਇਸ ਪਰਿਵਾਰ ਦੇ ਵਿੱਚ ਹੋਇਆ ਸੀ ਕਿ ਉਹਨਾਂ ਟਾਈਮਾਂ ਦੇ ਵਿੱਚ ਪਲੇਗ ਦੀ ਬਿਮਾਰੀ ਦਾ ਬੜਾ ਜ਼ੋਰ ਪਿਆ ਸੀ, ਜਿਸ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਇਹਨਾਂ ਇਲਾਕਿਆਂ ਵਿੱਚ ਬਹੁਤ ਭਾਰੀ ਹੋਇਆ ਸੀ। ਪਰ ਇਸ ਜਾਨੀ ਅਤੇ ਮਾਲੀ ਨੁਕਸਾਨ ਵਿੱਚ ਇਹ ਪਰਿਵਾਰ ਵੀ ਨਹੀਂ ਬਚ ਸਕਿਆ ਔਰ ਇਸ ਬਿਮਾਰੀ ਦਾ ਕਹਿਰ ਐਸਾ ਹੋਇਆ ਕਿ ਇਸ ਪਰਿਵਾਰ ਦੇ ਵਿੱਚ ਸਰਦਾਰ ਹਰਨਾਮ ਸਿੰਘ ਅਤੇ ਇਹਨਾਂ ਦੇ ਸਕੇ ਭਰਾ ਜਵਾਲਾ ਸਿੰਘ ਅਤੇ ਇਹਨਾਂ ਦੇ ਜਿਹੜੇ ਇੱਕ ਪੁੱਤਰ ਸਰਦਾਰ ਸੱਜਣ ਸਿੰਘ ਅਤੇ ਦੂਸਰੇ ਸਰਦਾਰ ਨਗਿੰਦਰ ਸਿੰਘ, ਇਹ ਚਾਰੇ ਜੀ ਇੱਕ ਹੀ ਦਿਨ ਦੇ ਵਿੱਚ ਅਕਾਲ ਚਲਾਣਾ ਕਰ ਗਏ। ਸੋ ਐਡਾ ਭਾਰੀ ਸਦਮਾ ਜਿਹੜਾ ਸੀਗਾ ਇਸ ਪਰਿਵਾਰ ਨੂੰ ਉਹਨਾਂ ਟਾਈਮਾਂ ਦੇ ਵਿੱਚ ਪਲੇਗ ਦੀ ਬਿਮਾਰੀ ਦੇ ਸਮੇਂ ਸਹਿਣਾ ਪਿਆ ਸੀਗਾ। ਪਰ ਕਿਉਂਕਿ ਹੁਣ ਇਸੇ ਪਰਿਵਾਰ ਦੇ ਵਿੱਚੋਂ ਇੱਕੋ ਇੱਕ ਸਰਦਾਰ ਜੋਗਿੰਦਰ ਸਿੰਘ ਜੀ ਬਚ ਗਏ ਸੀਗੇ, ਇਸ ਕਰਕੇ ਇਹਨਾਂ ਦੀ ਮਾਤਾ ਬੀਬੀ ਆਨੰਦ ਕੌਰ ਜੀ ਨੇ ਸਮਾਂ ਦੇਖ ਕੇ ਇਹਨਾਂ ਦੀ ਸ਼ਾਦੀ 1930 ਦੇ ਵਿੱਚ ਪਿੰਡ ਡਾਲਾ ਸਰਦਾਰ ਅਰਜਨ ਸਿੰਘ ਦੀ ਬੇਟੀ ਧਨ ਕੌਰ ਜੀ ਦੇ ਨਾਲ ਕਰ ਦਿੱਤੀ ਸੀ। ਇਸ ਸ਼ਾਦੀ ਤੋਂ ਬਾਅਦ ਜਿਹੜੀ ਕੜਮਾਈ ਸੱਜਣ ਸਿੰਘ ਦੀ ਪਿੰਡ ਗਾਲਮ ਕਲਾਂ ਹੋਈ ਸੀ ਸੂਬੇਦਾਰ ਬਚਨ ਸਿੰਘ ਦੀ ਬੇਟੀ ਨਿਹਾਲ ਕੌਰ ਜੀ ਦੇ ਨਾਲ, ਉਹਨਾਂ ਦਾ ਜਿਹੜਾ ਪਰਿਵਾਰ ਸੀ ਉਹ ਇੱਕ ਦਿਨ ਇਕੱਠਾ ਹੋ ਕੇ ਇੱਥੇ ਦੇ ਨਗਰ ਦੇ ਨਿਵਾਸੀ ਸੰਤ ਮਹਾਂਪੁਰਖ ਬਾਬਾ ਕਿਰਪਾਲ ਸਿੰਘ ਜੀ ਦੇ ਪਾਸ ਆਇਆ। ਉਹਨਾਂ ਨੇ ਆ ਕੇ ਫਿਰ ਬਾਬਾ ਕਿਰਪਾਲ ਸਿੰਘ ਜੀ ਦੇ ਅੱਗੇ ਅਰਜ਼ੋਈ ਕੀਤੀ ਸੀ ਕਿ ਸਾਡੀ ਬੇਟੀ ਦਾ ਮੰਗਣਾ ਜਿਹੜਾ ਹੈ ਨਾ ਇਸ ਪਰਿਵਾਰ ਵਿੱਚ ਹੋਇਆ ਸੀਗਾ, ਪਰ ਕਿਉਂਕਿ ਜਿਨ੍ਹਾਂ ਦੇ ਮੰਗਣਾ ਹੋਇਆ ਸੀ ਸਰਦਾਰ ਸੱਜਣ ਸਿੰਘ ਹੋਣੀ, ਉਹ ਤਾਂ ਸੁਰਗਵਾਸ ਹੋ ਗਿਆ, ਪਰ ਅਸੀਂ ਉਸ ਟਾਈਮ ਅਰਦਾਸ ਕੀਤੀ ਸੀ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਰਿਵਾਰ ਦੀ ਬੇਟੀ ਬੀਬੀ ਨਿਹਾਲ ਕੌਰ ਇਸੇ ਹੀ ਗ੍ਰਹਿ ਦੀ ਸੋਭਾ ਬਣੇ।
ਸੋ ਜਦੋਂ ਇਹ ਬਚਨ ਜਿਹੜੇ ਸੀਗੇ ਇਹਨਾਂ ਨੇ ਹੈ ਨਾ ਸੰਤ ਕਿਰਪਾਲ ਸਿੰਘ ਹੁਣਾਂ ਨੇ ਕੀਤੇ ਸੀ, ਉਸ ਟਾਈਮ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਭਾਈ ਅਸੀਂ ਹੈ ਨਾ ਵੱਡੇ ਮਹਾਂਪੁਰਖਾਂ ਦੇ ਨਾਲ ਗੱਲਬਾਤ ਕਰਕੇ ਫਿਰ ਤੁਹਾਨੂੰ ਦੱਸਾਂਗੇ। ਵੀ ਉਸ ਟਾਈਮ ਕਿਉਂਕਿ ਸੰਤ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆ ਇਸ ਨਗਰ ਦੇ ਵਿੱਚ ਆਉਂਦੇ ਹੁੰਦੇ ਸੀ ਅਤੇ 1 ਮਹੀਨਾ ਇੱਥੇ ਆਪਣੇ ਬਚਨ ਵਿਲਾਸ ਕਥਾ ਕੀਰਤਨ ਕਰਦੇ ਹੁੰਦੇ ਸੀ। ਸੋ ਉਹਨਾਂ ਦਾ ਵੀ ਮੇਲ ਜੋੜ ਜਿਹੜਾ ਸੀਗਾ ਇਸ ਪਰਿਵਾਰ ਦੇ ਨਾਲ ਸ਼ੁਰੂ ਤੋਂ ਸੀਗਾ। ਇਸ ਕਰਕੇ ਸਰਦਾਰ ਕਿਰਪਾਲ ਸਿੰਘ ਹੁਣਾਂ ਜਦੋਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਇਹ ਗੱਲ ਕੀਤੀ ਸੀ, ਫਿਰ ਬਾਬਾ ਗੁਰਬਚਨ ਸਿੰਘ ਹੁਣਾਂ ਨੇ ਕਹਿ ਦਿੱਤਾ ਸੀਗਾ ਵੀ ਇਹ ਜੋ ਗੱਲ ਹੈਗੀ ਆ ਇਸ ਨੂੰ ਅਗਰ ਮੰਨ ਲਿਆ ਜਾਵੇ ਤਾਂ ਸਭ ਤੋਂ ਦਰੁਸਤ ਹੈਗਾ। ਸੋ ਇਹ ਜਿਹੜੀ ਵਿਆਹ ਦੀ ਤਿਆਰੀ ਸੀ ਦੂਸਰੀ ਵਾਰ ਬਾਬਾ ਜੋਗਿੰਦਰ ਸਿੰਘ ਜੀ ਦੀ, ਇਹ ਸੰਤ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਹੁਣਾਂ ਦੀ ਜਾਮਣੀ ਕਰਕੇ ਫਿਰ ਉਸ ਟਾਈਮ 1934 ਦੇ ਵਿੱਚ ਫਿਰ ਬਾਬਾ ਜੋਗਿੰਦਰ ਸਿੰਘ ਹੁਣਾਂ ਦੀ ਜਿਹੜੀ ਸ਼ਾਦੀ ਸੀਗੀ ਉਹ ਬੀਬੀ ਨਿਹਾਲ ਕੌਰ ਜੀ ਦੇ ਨਾਲ ਕੀਤੀ ਸੀ। ਇਸ ਕਰਕੇ ਬਾਬਾ ਜੋਗਿੰਦਰ ਸਿੰਘ ਹੁਣਾਂ ਦੇ ਉਹਨਾਂ ਟਾਈਮਾਂ ਦੇ ਵਿੱਚ 2 ਸ਼ਾਦੀਆਂ ਹੋਈਆਂ ਸੀ। ਬਾਬਾ ਜੋਗਿੰਦਰ ਸਿੰਘ ਇਹ ਸ਼ੁਰੂ ਤੋਂ ਸਿੱਖੀ ਨਾਲ ਜੁੜੇ ਸੀਗੇ, ਜਿਸ ਕਰਕੇ ਮਹਾਂਪੁਰਖਾਂ ਦੀ ਕਿਰਪਾ ਦੇ ਸਦਕਾ ਬਹੁਤ ਸਾਰੀ ਬਾਣੀ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਕੰਠ ਕਰ ਲਈ ਸੀ, ਜਿਹਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਦਸਮ ਗ੍ਰੰਥ ਦੀ ਬਾਣੀ, ਗੁਰੂ ਪ੍ਰਤਾਪ ਸੂਰਜ ਗ੍ਰੰਥ ਔਰ ਭਾਈ ਗੁਰਦਾਸ ਦੀਆਂ ਵਾਰਾਂ, ਕਵਿਤ, ਚੰਡੀ ਦੀ ਵਾਰ ਇਤ ਆਦਿਕ ਬਾਣੀਆਂ ਬਹੁਤ ਸਾਰੀਆਂ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਾਚੀਆਂ ਸੀਗੀਆਂ। ਇਸ ਕਰਕੇ ਆਮ ਕਰਕੇ ਲੋਕੀ ਬਾਬਾ ਜੋਗਿੰਦਰ ਸਿੰਘ, ਕਿਉਂਕਿ ਉਹਨਾਂ ਦੇ ਟਾਈਮਾਂ ਦੇ ਵਿੱਚ 1945 ਦੇ ਵਿੱਚ ਪਿੰਡ ਦੇ ਸਰਪੰਚ ਵੀ ਸ਼ੁਰੂ ਤੋਂ ਰਹੇ ਆ ਅਤੇ ਇਹਨਾਂ ਦਾ ਸਤਿਕਾਰ ਔਰ ਗੁਰਮੁਖ ਬਾਣੀ ਦੇ ਕਰਤਾ ਕਰਕੇ ਜ਼ਿਆਦਾ ਇਹਨਾਂ ਇਲਾਕਿਆਂ ਦੇ ਵਿੱਚ ਸੀਗਾ। ਇਸ ਕਰਕੇ ਆਮ ਕਰਕੇ ਪਿੰਡ ਦੇ ਆਦਮੀ ਬਾਬਾ ਜੋਗਿੰਦਰ ਸਿੰਘ ਹੁਣਾਂ ਦਾ ਕੋਈ ਵੀ ਆਖਾ ਕਦੀ ਨਹੀਂ ਸੀ ਮੋੜਦੇ, ਔਰ ਜੋ ਵੀ ਉਹ ਬਚਨ ਕਹਿੰਦੇ ਸੀਗੇ ਉਹਦੇ ਉੱਤੇ ਇਸ ਇਲਾਕੇ ਦੇ ਲੋਕ ਜਿਹੜੇ ਸੀਗੇ ਉਹ ਪੂਰੀ ਤਰ੍ਹਾਂ ਪਹਿਰਾ ਦਿੰਦੇ ਹੁੰਦੇ ਸੀ। ਬਾਬਾ ਜੋਗਿੰਦਰ ਸਿੰਘ ਹੁਣਾਂ ਦੇ ਪਰਿਵਾਰ ਦੇ ਵਿੱਚੋਂ 7 ਪੁੱਤਰ ਹੋਏ ਆ ਅਤੇ 1 ਪੁੱਤਰੀ ਹੋਈ ਆ। ਇਹਨਾਂ 7 ਪੁੱਤਰਾਂ ਦੇ ਵਿੱਚੋਂ ਪਹਿਲੇ ਜਿਹੜੇ ਸੀਗੇ ਉਹ ਸੀ ਭਾਈ ਜਗੀਰ ਸਿੰਘ, ਦੂਸਰੇ ਨੰਬਰ 'ਤੇ ਸੀਗੇ ਜਗਜੀਤ ਸਿੰਘ, ਤੀਸਰੇ ਨੰਬਰ 'ਤੇ ਸੀਗੇ ਭਾਈ ਹਰਚਰਨ ਸਿੰਘ, ਚੌਥੇ 'ਤੇ ਭਾਈ ਜੋਗਰਾਜ ਸਿੰਘ, 5ਵੇਂ 'ਤੇ ਸੀਗੇ ਭਾਈ ਹਰਜੀਤ ਸਿੰਘ, 6ਵੇਂ 'ਤੇ ਸੀ ਭਾਈ ਵੀਰ ਸਿੰਘ ਔਰ 7ਵੇਂ ਨੰਬਰ 'ਤੇ ਆਪ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਹੋਏ ਆ ਅਤੇ 1 ਬੇਟੀ ਜਿਹਦਾ ਨਾਂ ਸੀ ਬੀਬੀ ਇੰਦਰ ਕੌਰ। ਇਹ ਸਾਰੇ ਪਰਿਵਾਰ ਦੀ ਸ਼ੋਭਾ ਸੀਗੀ। ਉਸ ਤੋਂ ਬਾਅਦ ਫਿਰ ਜਦੋਂ ਮਹਾਂਪੁਰਖ ਬਾਬਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਇਸ ਪਰਿਵਾਰ ਦੇ ਵਿੱਚ ਆਗਮ ਹੋਇਆ ਸੀ, ਜਨਮ ਹੋਇਆ ਸੀਗਾ, ਉਸ ਟਾਈਮ ਇੱਕ ਵਿਚਿੱਤਰ ਰੋਸ਼ਨੀ ਜਿਹੜੀ ਸੀ ਇਸ ਘਰ ਦੇ ਵਿੱਚ ਸਾਰੇ ਪਰਿਵਾਰ ਨੇ ਦੇਖੀ ਸੀ। ਔਰ ਮਹਾਂਪੁਰਖਾਂ ਦਾ ਜਿਹੜਾ ਆਗਮ ਸੀਗਾ ਉਹ 2 ਜੂਨ 1947 ਨੂੰ ਹੋਇਆ ਸੀ। ਸੋ ਜਦੋਂ 2 ਜੂਨ 1947 ਨੂੰ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਹੋਇਆ ਸੀਗਾ, ਉਸ ਟਾਈਮ ਸਾਰੇ ਪਰਿਵਾਰ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਦੌੜ ਗਈ ਸੀ। ਉਸ ਟਾਈਮ ਫਿਰ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਆਪ ਜਲ ਲੈ ਕੇ ਅਤੇ 5 ਪਤਾਸੇ ਲੈ ਕੇ ਆਪ ਆਪਣੀ ਸ੍ਰੀ ਸਾਹਿਬ ਦੇ ਨਾਲ ਜਦ ਪੂਰੀ ਜਪਜੀ ਸਾਹਿਬ ਪੜ੍ਹੀ ਸੀ ਅਤੇ ਇਹ ਅੰਮ੍ਰਿਤ ਤਿਆਰ ਕਰਕੇ ਇਸ ਦੀ ਜਿਹੜੀ ਗੁੜਤੀ ਸੀ ਉਹ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਹੁਣਾਂ ਨੂੰ ਦਿੱਤੀ ਸੀਗੀ। ਉਸ ਤੋਂ ਬਾਅਦ ਇੱਕ ਦਿਨ ਫਿਰ ਬਾਬਾ ਜੋਗਿੰਦਰ ਸਿੰਘ ਜਦੋਂ ਖੇਤਾਂ ਤੋਂ ਆ ਰਹੇ ਸੀਗੇ ਅਤੇ ਪਾਲਣੇ ਦੇ ਵਿੱਚ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜਿਹੜੇ ਸੀਗੇ ਸੌ ਰਹੇ ਸੀ ਅਤੇ ਜਦੋਂ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਅਚਨਚੇਤ ਬਾਬਾ ਜਰਨੈਲ ਸਿੰਘ ਹੁਣਾਂ ਦੇ ਪੈਰਾਂ ਦੇ ਵੱਲ ਦੇਖਿਆ ਅਤੇ ਉਹਨਾਂ ਦੀ ਨਜ਼ਰ ਇਹਨਾਂ ਦੇ ਪੈਰਾਂ ਦੇ ਵਿੱਚ ਇੱਕ ਚਮਕਦੀ ਚੀਜ਼ ਵੱਲ ਪਈ। ਜਦੋਂ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਇਹਨਾਂ ਦੇ ਖੱਬੇ ਪੈਰ ਨੂੰ ਬੜੇ ਗੌਰ ਦੇ ਨਾਲ ਦੇਖਿਆ ਅਤੇ ਕੀ ਦੇਖਿਆ, ਇੱਕ ਤਾਰੇ ਦਾ ਨਿਸ਼ਾਨ ਚਮਕ ਰਿਹਾ ਸੀਗਾ ਅਤੇ ਜਿਸ ਨੂੰ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਬੜੇ ਗੌਰ ਦੇ ਨਾਲ ਕਿੰਨਾ ਚਿਰ ਤੱਕਿਆ ਸੀਗਾ ਅਤੇ ਤੱਕ ਕੇ ਫਿਰ ਮੁਸਕਰਾਇਆ ਸੀਗਾ। ਪਰ ਇਸ ਤੱਕਣੀ ਨੂੰ ਉਸ ਟਾਈਮ ਇਹਨਾਂ ਦੀ ਮਾਤਾ ਬੀਬੀ ਨਿਹਾਲ ਕੌਰ ਜੀ ਨੇ ਦੇਖ ਲਿਆ ਸੀ। ਉਹਨਾਂ ਨੇ ਫਿਰ ਬਾਬਾ ਜੋਗਿੰਦਰ ਸਿੰਘ ਨੂੰ ਪੁੱਛਿਆ ਸੀਗਾ ਕਿ ਤੁਸੀਂ ਇਹਦੇ ਦੇ ਪੈਰ ਵਿੱਚੋਂ ਕੀ ਦੇਖਦੇ ਆ, ਪਰ ਇਸ ਗੱਲ ਨੂੰ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਮੁਸਕਰਾ ਕੇ ਦੱਬ ਲਿਆ ਸੀ, ਕਹਿ ਦਿੱਤਾ ਸੀ ਐਸੀ ਕੋਈ ਗੱਲ ਨਹੀਂ, ਮੈਂ ਵੈਸੇ ਹੀ ਦੇਖ ਰਿਹਾ ਹੈ। ਪਰ ਆਪ ਸਾਰੀਆਂ ਸੰਗਤਾਂ ਜਾਣਦੀਆਂ ਹੈ ਕਿ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਦੇ ਖੱਬੇ ਪੈਰ ਦੇ ਵਿੱਚ ਪਦਮ ਦਾ ਚਿੰਨ੍ਹ ਸੀਗਾ, ਪਦਮ ਦਾ ਨਿਸ਼ਾਨ ਸੀਗਾ, ਪਰ ਕਈ ਸਿੰਘਾਂ ਨੇ ਜਿਹੜੇ ਸੀ ਇਹਨਾਂ ਦੇ ਖੱਬੇ ਪੈਰ ਦੇ ਵਿੱਚ ਪਦਮ ਦਾ ਨਿਸ਼ਾਨ ਖੁਦ ਦੇਖਿਆ ਸੀਗਾ। ਪਰ ਉਸ ਟਾਈਮ ਜਿਹੜੇ ਪੱਤਰਕਾਰ ਸੀ ਜਦੋਂ ਉਹਨਾਂ ਨੇ ਬਾਬਾ ਜਰਨੈਲ ਸਿੰਘ ਹੁਣਾਂ ਨੇ ਇਹਦੇ ਬਾਰੇ ਪ੍ਰਸ਼ਨ ਕੀਤੇ ਸੀ ਅਤੇ ਬਾਬਾ ਜੀ ਨੇ ਕੇਵਲ ਹੱਸ ਕੇ ਮੁਸਕਰਾ ਕੇ ਇਹਨਾਂ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਔਰ ਦੂਸਰੀ ਗੱਲ ਇਹ ਸੀ, ਸੰਗਤਾਂ ਜਾਣਦੀਆਂ ਸੀਗੀਆਂ ਕਿ ਇਸ ਪਦਮ ਤੋਂ ਇਲਾਵਾ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਹੁਣਾਂ ਦੀਆਂ ਲੰਮੀਆਂ ਬਾਹਾਂ ਸੀਗੀਆਂ, ਜਿਸ ਤੋਂ ਇਹਨਾਂ ਦੀ ਜਿਹੜਾ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈਗਾ ਕਿ ਜਾਂ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਰਾਸ਼ੀ ਲੀਡਰ ਹੋਣਗੇ ਜਾਂ ਚੱਕਰਵਰਤੀ ਰਾਜੇ ਹੋਣਗੇ ਜਾਂ ਕੋਈ ਬਹੁਤ ਵੱਡੇ ਸੰਤ ਸੂਰਬੀਰ ਯੋਧੇ ਹੋਣਗੇ। ਇਹ ਤਾਂ ਆਦਿ ਖਿਆਲ ਜਿਹੜੇ ਸੀ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਪਹਿਲਾਂ ਹੀ ਨਾਪ ਲਏ ਸੀ।
ਉਸ ਤੋਂ ਬਾਅਦ ਜਦੋਂ ਬਾਬਾ ਜਰਨੈਲ ਸਿੰਘ ਹੁਣਾਂ ਦੀ ਉਮਰ ਤਕਰੀਬਨ 3 ਸਾਲ ਦੀ ਹੋਈ ਸੀ ਤਾਂ ਇਹਨਾਂ ਦੀ ਦਾਦੀ ਨੇ ਫਿਰ ਬਾਬਾ ਜਰਨੈਲ ਸਿੰਘ ਹੁਣਾਂ ਨੂੰ ਇਸ ਉਮਰ ਦੇ ਵਿੱਚ ਆਪਣੇ ਲਾਡ ਪਿਆਰ ਦੇ ਵਿੱਚ ਪਾਲਿਆ ਸੀਗਾ। ਤਾਂ ਆਪ 3 ਸਾਲ ਦੀ ਉਮਰ ਦੇ ਵਿੱਚ ਮੂਲ ਮੰਤਰ ਪੂਰਾ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਬਾਬਾ ਜਰਨੈਲ ਸਿੰਘ ਹੁਣਾਂ ਨੂੰ ਕੰਠ ਕਰਾਤਾ ਸੀਗਾ। ਜਦ ਫਿਰ ਸਮਾਂ ਲੰਘਿਆ ਗਿਆ, ਜਦੋਂ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ 6 ਸਾਲ ਦੇ ਹੋਏ ਆ, ਉਸ ਟਾਈਮ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਸੀਗਾ ਤੇ ਜਿਹਦੇ ਵਿੱਚ 4ਵੀਂ ਤੱਕ ਕਲਾਸਾਂ ਸੀਗੀਆਂ। ਸੋ ਉਸ ਟਾਈਮ ਫਿਰ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਸੰਤ ਜਰਨੈਲ ਸਿੰਘ ਹੁਣਾਂ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਦਾਖਲਾ ਦਿਵਾ ਦਿੱਤਾ ਸੀ। ਇਹਨਾਂ ਦਾਖਲਿਆਂ ਦੇ ਵਿੱਚ ਬਾਬਾ ਜਰਨੈਲ ਸਿੰਘ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਆਪਣੇ ਜਿੰਨੇ ਵੀ ਨਾਲ ਦੇ ਸਾਥੀ ਸੀ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਹੁਸ਼ਿਆਰ ਹੁੰਦੇ ਸੀ। ਔਰ ਖ਼ਾਸ ਕਰਕੇ ਇੱਕ ਸ਼ੌਂਕ ਉਹਨਾਂ ਟਾਈਮਾਂ ਦੇ ਵਿੱਚ ਬਾਬਾ ਜਰਨੈਲ ਸਿੰਘ ਹੁਣਾਂ ਨੂੰ ਇਹ ਹੁੰਦਾ ਸੀਗਾ ਕਿ ਆਪਣੇ ਜਿੰਨੇ ਵੀ ਸੰਗੀ ਸਾਥੀ ਹੁੰਦੇ ਸੀ ਉਹਨਾਂ ਦੇ ਨਾਲ ਆਪਣੀ ਲਿਖਣ ਵਾਲੀ ਫੱਟੀ ਪੜ੍ਹਾਉਂਦੇ ਹੁੰਦੇ ਸੀ। ਇਸ ਫੱਟੀ ਦੇ ਵਿੱਚ ਜਾਂ ਤਾਂ ਫਿਰ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਆਪਣੀ ਫੱਟੀ ਦੂਸਰਿਆਂ ਦੇ ਨਾਲ ਪੜ੍ਹਾਉਂਦਿਆਂ ਤੋੜ ਲੈਂਦੇ ਹੁੰਦੇ ਸੀ ਜਾਂ ਦੂਸਰੇ ਦੀ ਫੱਟੀ ਤੋੜ ਦਿੰਦੇ ਸੀ। ਇਹ ਖੇਡ ਜਿਹੜੀ ਸੀ ਬੜੀ ਵਿਚਿੱਤਰ ਖੇਡਦੇ ਹੁੰਦੇ ਸੀ। ਇਸ ਤੋਂ ਬਾਅਦ ਫਿਰ ਇੱਕ ਵਾਰ ਜਦ ਇਹ ਫੱਟੀ ਦਾ ਖੇਡ ਬੜਾ ਜ਼ੋਰਾਂ 'ਤੇ ਹੋਇਆ ਸੀ ਤਾਂ ਫਿਰ ਬਾਬਾ ਜਰਨੈਲ ਸਿੰਘ ਹੁਣਾਂ ਨੇ ਆਪਣੇ ਹੀ ਪਿੰਡ ਦੇ ਇੱਕ ਤਰਖਾਣ ਦੇ ਘਰੋਂ ਇੱਕ ਲੱਕੜ ਦੀ ਮੋਟੀ ਫੱਟੀ ਤਿਆਰ ਕਰ ਲਈ ਸੀ। ਪਰ ਜਦੋਂ ਦੂਜੇ ਨਾਲ ਦੇ ਸਾਥੀਆਂ ਨੂੰ ਪਤਾ ਲੱਗਾ ਕਿ ਬਾਬਾ ਜਰਨੈਲ ਸਿੰਘ ਹੁਣਾਂ ਨੇ ਇੱਕ ਮੋਟੀ ਫੱਟੀ ਤਿਆਰ ਕਰ ਲਈ ਆ, ਇਸ ਤੋਂ ਬਾਅਦ ਬਾਕੀ ਜਿਹੜੇ ਸਾਥੀ ਸੀਗੇ ਉਹ ਬਾਬਾ ਜਰਨੈਲ ਸਿੰਘ ਹੁਣਾਂ ਦੇ ਨਾਲ ਫੱਟੀ ਪੜਾਉਣ ਤੋਂ ਕੰਨੀ ਕਤਰਾਉਣ ਲੱਗ ਪਏ ਸੀਗੇ। ਇਸ ਤਰ੍ਹਾਂ ਇਹ ਜਿਹੜਾ ਸਮਾਂ ਸੀਗਾ ਬੜਾ ਵਧੀਆ ਤਰੀਕੇ ਦੇ ਨਾਲ ਲੰਘ ਰਿਹਾ ਸੀਗਾ। ਔਰ 4ਵੀਂ ਜਮਾਤ ਪਾਸ ਕਰਨ ਤੋਂ ਬਾਅਦ ਫਿਰ ਅਗਲੀ ਜਿਹੜੀ ਸਿੱਖਿਆ ਸੀ ਉਹ ਫਿਰ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਇਹਦੀ ਜਿਹੜੀ ਪਿੰਡੋਂ ਬਾਹਰ ਇੱਕ ਸਕੂਲ ਜਿਸ ਦਾ ਨਾਂ ਹੈ ਗੁਰੂ ਤੇਗ ਬਹਾਦਰਗੜ੍ਹ ਮਿਡਲ ਸਕੂਲ, ਉਹਦੇ ਵਿੱਚ ਦਾਖਲਾ ਕਰਾ ਦਿੱਤਾ ਸੀਗਾ। ਸੋ ਉਸ ਮਿਡਲ ਸਕੂਲ ਦੇ ਵਿੱਚ ਬਾਬਾ ਜਰਨੈਲ ਸਿੰਘ ਨੇ 5ਵੀਂ ਪਾਸ ਕੀਤੀ ਆ ਤੇ ਨਾਲ ਫਿਰ ਜਦੋਂ 6ਵੀਂ ਦੇ ਵਿੱਚ ਬਾਬਾ ਜੀ ਨੇ ਦਾਖਲਾ ਲਿਆ ਸੀ ਤਾਂ ਬਾਬਾ ਜੀ ਨੇ ਦੱਸਿਆ ਸੀਗਾ ਕਿ 5ਵੀਂ ਤੱਕ ਅਸੀਂ ਟਾਟਾਂ ਦੇ ਬੈਠ ਕੇ ਵਿੱਦਿਆ ਪ੍ਰਾਪਤ ਕੀਤੀ ਆ, ਪਰ ਹੁਣ 6ਵੀਂ ਦੇ ਵਿੱਚ ਅਸੀਂ ਡੈਕਸਾਂ ਦੇ ਉੱਤੇ ਬੈਠਾਂਗੇ। ਪਰ ਫਿਰ ਜਦੋਂ ਗਰਮੀ ਦੀਆਂ ਛੁੱਟੀਆਂ ਹੋਈਆਂ, ਗਰਮੀ ਦੀਆਂ ਛੁੱਟੀਆਂ ਦੇ ਵਿੱਚ ਇੱਕ ਦਿਨ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਬਾਬਾ ਜਰਨੈਲ ਸਿੰਘ ਹੁਣਾਂ ਨੂੰ ਇਹ ਆਖਿਆ ਕਿ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਸਾਰਾ ਦਿਨ ਵਿਹਲੇ ਫਿਰਦੇ ਰਹਿੰਦੇ ਆ ਤੇ ਤੁਸੀਂ ਬੈਠ ਕੇ ਨਾ ਮੂਲ ਮੰਤਰ ਦਾ ਪਾਠ ਹੀ ਕਰ ਲਿਆ ਕਰੋ। ਜਦ ਇਹ ਬਚਨ ਬਾਬਾ ਜਰਨੈਲ ਸਿੰਘ ਹੁਣਾਂ ਨੇ ਆਪਣੇ ਪਿਤਾ ਜੀ ਦੇ ਸੁਣੇ ਸੀ, ਮਨ ਦੇ ਵਿੱਚ ਐਸਾ ਹਲੂਣਾ ਆਇਆ ਸੀਗਾ। ਉਸ ਤੋਂ ਬਾਅਦ ਫਿਰ ਬਾਬਾ ਜਰਨੈਲ ਸਿੰਘ ਹੁਣਾਂ ਨੇ ਜਿਹੜਾ ਸੀ ਮੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਮੂਲ ਮੰਤਰ ਦੇ ਪਾਠ ਦੇ ਵਿੱਚ ਇੰਨਾ ਜ਼ਿਆਦਾ ਰਸ ਬਾਬਾ ਜਰਨੈਲ ਸਿੰਘ ਹੁਣਾਂ ਨੂੰ ਆਉਣਾ ਸ਼ੁਰੂ ਹੋ ਗਿਆ ਕਿ ਉਹਨਾਂ ਦਾ ਮਨ ਪੜ੍ਹਾਈ ਤੋਂ ਬਿਲਕੁਲ ਉਪਰਾਮ ਕਰ ਗਿਆ ਸੀ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਆਪਣੇ ਮਨ ਦੇ ਅੰਦਰ ਇਹ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਮੈਂ ਦੁਨਿਆਵੀ ਵਿੱਦਿਆ ਹਾਸਲ ਨਹੀਂ ਕਰਨੀ ਤੇ ਹੁਣ ਮੈਂ ਗੁਰਮਤਿ ਦੀ ਪੜ੍ਹਾਈ ਕਰਨੀ ਆ। ਪਰ ਮਨ ਦਾ ਇਹ ਬਲਬਲਾ ਜਿਹੜਾ ਸੀਗਾ ਬਾਬਾ ਜਰਨੈਲ ਸਿੰਘ ਹੁਣਾਂ ਨੇ ਆਪਣੇ ਪਿਤਾ ਬਾਬਾ ਜੋਗਿੰਦਰ ਸਿੰਘ ਹੁਣਾਂ ਦੇ ਨਾਲ ਸਾਂਝਾ ਕਰ ਲਿਆ ਸੀ। ਜਦੋਂ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਮਹਾਂਪੁਰਖਾਂ ਦੀ ਰੁਚੀ ਸੰਸਾਰੀ ਵਿੱਦਿਆ ਨਾਲੋਂ ਗੁਰਮਤਿ ਦੇ ਵਿੱਚ ਜ਼ਿਆਦਾ ਦੇਖੀ ਸੀ ਤਾਂ ਫਿਰ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਆਖਿਆ ਸੀਗਾ ਕਿ ਠੀਕ ਹੈ, ਕਿਉਂਕਿ ਸੰਸਾਰੀ ਵਿੱਦਿਆ ਨਾਲੋਂ ਗੁਰਮਤਿ ਦੀ ਪੜ੍ਹਾਈ ਔਖੀ ਹੈ, ਪਰ ਗੁਰਮਤਿ ਦੀ ਪੜ੍ਹਾਈ ਦੇ ਵਿੱਚ ਹੀ ਤਕਰੀਬਨ ਪੂਰੇ ਤਰਲੋਕੀ ਦੀ ਵਿੱਦਿਆ ਉਹ ਸਹਿਜ ਦੇ ਵਿੱਚ ਪ੍ਰਾਪਤ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ ਬਾਬਾ ਜਰਨੈਲ ਸਿੰਘ ਹੁਣਾਂ ਨੇ ਸਕੂਲ ਜਾਣਾ ਬਿਲਕੁਲ ਬੰਦ ਕਰ ਦਿੱਤਾ ਸੀ। ਜਦੋਂ ਸਕੂਲ ਜਾਣਾ ਬੰਦ ਕਰਤਾ, ਸਕੂਲ 'ਚ ਗੈਰ ਹਾਜ਼ਰੀ ਹੋਣ ਲੱਗ ਪਈ। ਉਸ ਟਾਈਮ ਸਕੂਲ ਦੇ 2 ਅਧਿਆਪਕ, ਇੱਕ ਦਾ ਨਾਂ ਸੀ ਸਰਦਾਰ ਨਿਰਮਲ ਸਿੰਘ, ਦੂਸਰੇ ਸੀ ਸਰਦਾਰ ਕਰਤਾਰ ਸਿੰਘ। ਉਹਨਾਂ ਨੇ ਆ ਕੇ ਫਿਰ ਬਾਬਾ ਜੋਗਿੰਦਰ ਸਿੰਘ ਹੁਣਾਂ ਨੂੰ ਇਹ ਪੁੱਛਿਆ ਹੈਗਾ ਕਿ ਤੁਸੀਂ ਆਪਣੇ ਬੇਟੇ ਨੂੰ ਸਕੂਲ ਦੇ ਵਿੱਚ ਕਿਉਂ ਨਹੀਂ ਭੇਜਦੇ, ਕਾਰਨ ਕੀ ਆ। ਫਿਰ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਇਹ ਦੱਸ ਦਿੱਤਾ ਸੀਗਾ ਕਿ ਮੇਰੇ ਬੇਟੇ ਦਾ ਰੁਝਾਨ ਜਿਹੜਾ ਹੁਣ ਸੰਸਾਰੀ ਵਿੱਦਿਆ ਵੱਲ ਨਹੀਂ ਆ, ਉਹ ਗੁਰਮਤਿ ਦੀ ਪੜ੍ਹਾਈ ਕਰਨਾ ਚਾਹੁੰਦਾ ਹੈਗਾ। ਇਸ ਕਰਕੇ ਜਿਹੜੀ ਉਹਦੀ ਰੁਚੀ ਆ ਤੇ ਮੈਂ ਉਹਦੇ ਵਿੱਚ ਖੁਸ਼ ਹਾਂ। ਪਰ ਫਿਰ ਇਹਦੇ ਜਿਹੜੇ ਟੀਚਰ ਸੀਗੇ ਉਹਨਾਂ ਨੇ ਆਖਿਆ ਸੀਗਾ ਕਿ ਸਾਨੂੰ ਪਤਾ ਹੈਗਾ ਕਿ ਬੇਟਾ ਜਰਨੈਲ ਸਿੰਘ ਇਹ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਹੈਗਾ, ਜਿੱਥੇ ਸੰਸਾਰੀ ਪੜ੍ਹਾਈ ਕਰੇਗਾ ਤੇ ਉਹਦੇ ਨਾਲ ਨਾਲ ਗੁਰਮਤਿ ਦੀ ਪੜ੍ਹਾਈ ਵੀ ਜਾਰੀ ਰੱਖੇ ਤਾਂ ਸਾਨੂੰ ਬੜੀ ਖੁਸ਼ੀ ਹੋਊਗੀ। ਪਰ ਫਿਰ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ ਕਹਿ ਦਿੱਤਾ ਸੀਗਾ ਕਿ ਉਹ ਸੰਸਾਰੀ ਵਿੱਦਿਆ ਤਾਂ ਹੁਣ ਪੜ੍ਹਨਾ ਨਹੀਂ ਚਾਹੁੰਦੇ, ਉਹ ਕੇਵਲ ਤੇ ਕੇਵਲ ਗੁਰਮਤਿ ਦੀ ਪੜ੍ਹਾਈ ਕਰਨਾ ਚਾਹੁੰਦੇ ਆ। ਇਸ ਕਰਕੇ ਹੁਣ ਉਹਨਾਂ ਦਾ ਮਨ ਜਿਹੜਾ ਹਨ ਇਸੇ ਪਾਸੇ ਟਿਕ ਗਿਆ ਹੈਗਾ। ਇਹ ਸੁਣ ਕੇ ਜਿਹੜੇ ਮਾਸਟਰ ਸੀਗੇ ਹਨ ਸਰਦਾਰ ਨਿਰਮਲ ਸਿੰਘ ਤੇ ਸਰਦਾਰ ਕਰਤਾਰ ਸਿੰਘ, ਉਹ ਦੋਨੇ ਚੁੱਪ ਕਰ ਗਏ ਸੀ। ਫਿਰ ਸਮਾਂ ਆਇਆ ਜਦੋਂ ਸੰਤ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਰੋਡੇ ਪਿੰਡ ਵਿੱਚ ਆਏ ਆ ਤੇ ਇਹਨਾਂ ਨੇ ਆ ਕੇ 1 ਮਹੀਨਾ ਇੱਥੇ ਦੀਵਾਨ ਲਾਇਆ। ਜਿਵੇਂ ਕਿ ਉਹ ਸਾਲ ਦੇ ਵਿੱਚ ਆਉਂਦੇ ਹੁੰਦੇ ਸੀ ਤੇ 1 ਮਹੀਨਾ ਦੀਵਾਨ ਲਾਉਂਦੇ ਹੁੰਦੇ ਸੀ। ਇਹਦੇ ਵਿੱਚ ਬਾਬਾ ਜੋਗਿੰਦਰ ਸਿੰਘ ਤੇ ਬਾਕੀ ਹੋਰ ਸਾਰਾ ਪਰਿਵਾਰ ਬਹੁਤ ਜ਼ਿਆਦਾ ਆਪਣਾ ਸੇਵਾ ਦੇ ਵਿੱਚ ਯੋਗਦਾਨ ਦਿੰਦਾ ਹੁੰਦਾ ਸੀ। ਤੇ ਇਸ ਯੋਗਦਾਨ ਦੇ ਵਿੱਚ ਫਿਰ ਬਾਬਾ ਜਰਨੈਲ ਸਿੰਘ ਹੁਣਾਂ ਨੇ ਸੇਵਾ ਦੇ ਵਿੱਚ ਬਹੁਤ ਜ਼ਿਆਦਾ ਉਦਮ ਦਿਖਾਲਿਆ ਸੀਗਾ। ਤੇ ਉਸ ਮੌਕੇ ਸੰਤ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਖਾਲਸਾ ਵਾਲਿਆਂ ਨੇ ਭਰੇ ਦੀਵਾਨ ਦੇ ਵਿੱਚ ਭਾਈ ਗੋਦੜੀਏ ਦੀ ਕਥਾ ਸੁਣਾਈ ਸੀ। ਇਸ ਕਥਾ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਭਾਈ ਗੋਦੜੀਆ ਜੀ ਰੋਜ਼ 21 ਪਾਠ ਜਪਜੀ ਸਾਹਿਬ ਦੇ ਕਰਦੇ ਸੀ।
ਜਦ 21 ਪਾਠ ਜਪਜੀ ਸਾਹਿਬ ਦੀ ਗੱਲ ਆਈ ਸੀ ਤੇ ਫਿਰ ਉਸ ਟਾਈਮ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਹੁਣਾਂ ਦੇ ਮਨ ਦੇ ਵਿੱਚ ਆਇਆ ਸੀਗਾ ਕਿ ਅਗਰ ਭਾਈ ਗੋਦੜੀਆ ਰੋਜ਼ 21 ਪਾਠ ਕਰਦੇ ਆ ਤੇ ਇਹ ਗੱਲ ਮੈਨੂੰ ਕੱਲੀ ਸੁਣਨੀ ਨਹੀਂ ਚਾਹੀਦੀ, ਮੈਨੂੰ ਲੜ ਵੀ ਬੰਨ ਲੈਣੀ ਚਾਹੀਦੀ ਆ। ਉਸ ਤੋਂ ਬਾਅਦ ਫਿਰ ਬਾਬਾ ਜਰਨੈਲ ਸਿੰਘ ਹੁਣਾਂ ਨੇ ਰੋਜ਼ ਦੇ 21 ਪਾਠ ਕਰਨ ਦਾ ਇਰਾਦਾ ਬਣਾ ਲਿਆ ਸੀਗਾ। ਪਰ ਇਹ ਗੱਲ ਜਿਹੜੀ ਸੀ ਇਹਨਾਂ ਨੇ ਆਪਣੇ ਪਿਤਾ ਬਾਬਾ ਜੋਗਿੰਦਰ ਸਿੰਘ ਹੁਣਾਂ ਜਾਂ ਸਾਂਝੀ ਕੀਤੀ ਆ ਤੇ ਫਿਰ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਅਸੀਸ ਦੇ ਦਿੱਤੀ ਸੀ। ਅਸੀਸ ਲੈਣ ਤੋਂ ਬਾਅਦ ਫਿਰ ਬਾਬਾ ਜਰਨੈਲ ਸਿੰਘ ਹੁਣਾਂ ਨੇ ਰੋਜ਼ ਜਪਜੀ ਸਾਹਿਬ ਦੇ 21 ਪਾਠ ਕਰਨੇ ਸ਼ੁਰੂ ਕਰ ਦਿੱਤੇ ਸੀ। ਔਰ ਦਾ ਪਾਠ ਕਰਦਿਆਂ ਕਈ ਵਾਰੀ ਐਸਾ ਰਸ ਆ ਜਾਣਾ ਕਿ 21 ਪਾਠਾਂ ਤੋਂ ਬਹੁਤ ਜ਼ਿਆਦਾ ਪਾਠ ਹੋ ਜਾਣੇ, ਪਰ ਪਤਾ ਨਹੀਂ ਲੱਗਣਾ ਕਿ ਇੰਨੇ ਪਾਠ ਕਿਸ ਤਰ੍ਹਾਂ ਹੋ ਗਏ ਆ। ਇਸ ਤਰ੍ਹਾਂ ਜਿਹੜੀ ਸੀ ਇਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਦੇ ਵਿੱਚ ਬਾਬਾ ਜੋਗਿੰਦਰ ਸਿੰਘ ਹੋਣੀ ਆਪਣੇ ਬੇਟੇ ਬਾਬਾ ਜਰਨੈਲ ਸਿੰਘ ਹੁਣਾਂ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਸੀਗੇ, ਕਿਉਂਕਿ ਜਿੱਥੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਹੁਣੀ ਗੁਰਬਾਣੀ ਦਾ ਰੋਜ਼ ਜ਼ਿਆਦਾ ਅਭਿਆਸੀ ਹੁੰਦੇ ਸੀਗੇ, ਉੱਥੇ ਨਾਲ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਆਪਣੇ ਪਿਤਾ ਜੀ ਤੇ ਆਪਣੇ ਭਰਾਵਾਂ ਦਾ ਬੜਾ ਸਾਥ ਨਿਭਾਉਂਦੇ ਹੁੰਦੇ ਸੀ। ਤੇ ਇਸ ਦੇ ਵਿੱਚ ਘਰ ਦੀ ਖੇਤੀਬਾੜੀ ਦੇ ਨਾਲ ਬਾਕੀ ਗੰਨੇ ਚੂਪਣੇ, ਗੁੜ ਖਾਣਾ, ਲੱਸੀ ਪੀਣੀ, ਇਹ ਤਾਦਿਕ ਜਿਹੜੀਆਂ ਦੇਸੀ ਖੁਰਾਕਾਂ ਸੀਗੀਆਂ ਉਸ ਨੂੰ ਖਾਣ ਦੇ ਬਾਬਾ ਜਰਨੈਲ ਸਿੰਘ ਹੁਣੀ ਜਿਹੜੇ ਸੀ ਆਪਣੇ ਸਮੇਂ ਦੇ ਵਿੱਚ ਬੜੇ ਸ਼ੌਕੀਨ ਹੁੰਦੇ ਸੀਗੇ। ਇਸ ਕਰਕੇ ਇਹਨਾਂ ਦੀ ਜਿਹੜੀ ਸਿਹਤ ਸੀਗੀ ਉਹਨਾਂ ਟਾਈਮਾਂ ਦੇ ਵਿੱਚ ਬਹੁਤ ਜ਼ਿਆਦਾ ਤਾਕਤਵਰ ਸੀਗੀ। ਔਰ ਖ਼ਾਸ ਕਰਕੇ ਫਿਰ ਇੱਕ ਵਾਰ ਜਦੋਂ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਸ ਨਗਰ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਆ ਕੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ ਤੇ ਇਹਦੀ ਮਹਿਮਾ ਦੱਸੀ ਸੀ। ਇਸ ਮਹਿਮਾ ਤੋਂ ਪ੍ਰਭਾਵਿਤ ਹੋ ਗਏ ਫਿਰ ਪਹਿਲੀ ਵਾਰ ਬਾਬਾ ਜਰਨੈਲ ਸਿੰਘ ਹੁਣਾਂ ਨੇ ਉਹਨਾਂ ਟਾਈਮਾਂ ਦੇ ਵਿੱਚ 22 ਫਰਵਰੀ 1960 ਨੂੰ ਪਹਿਲੀ ਵਾਰ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਪਾਨ ਕੀਤਾ ਸੀ। ਇਸ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਫਿਰ ਮਹਾਂਪੁਰਖਾਂ ਦੀ ਜਿਹੜੀ ਬਿਰਤੀ ਸੀਗੀ ਉਹ ਐਸੀ ਚੜ੍ਹਦੀ ਕਲਾ ਦੇ ਵਿੱਚ ਆਈ ਆ, ਫਿਰ ਮਹਾਂਪੁਰਖਾਂ ਨੇ ਪਿੱਛਾ ਮੁੜ ਕੇ ਨਹੀਂ ਦੇਖਿਆ ਹੈਗਾ। ਸੋ ਇੱਕ ਵਾਰ ਦੱਸਦੇ ਆ ਕਿ ਮਹਾਂਪੁਰਖ ਬਾਬਾ ਜਰਨੈਲ ਸਿੰਘ ਹੁਣੀ ਜਿਹੜੇ ਸੀ ਉਹ ਰਹਿਤ ਬਾਅਦ ਦੇ ਵਿੱਚ ਇੰਨੇ ਪ੍ਰਪੱਕ ਹੁੰਦੇ ਸੀਗੇ ਕਿ ਇੰਨੇ ਦ੍ਰਿੜ ਨਿਸ਼ਚੇ ਵਾਲੇ ਹੁੰਦੇ ਸੀਗੇ ਕਿ ਇੱਕ ਵਾਰ ਜਦੋਂ ਇਹ ਆਪਣੇ ਭਰਾ ਦੇ ਨਾਲ ਆਪਣੀ ਹਵੇਲੀ ਸੌਣ ਵਾਸਤੇ ਗਏ ਸੀ ਤਾਂ ਉਸ ਟਾਈਮ ਇਹਨਾਂ ਦੇ ਭਰਾ ਜਿਨ੍ਹਾਂ ਦਾ ਨਾਂ ਸੀ ਸਰਦਾਰ ਹਰਜੀਤ ਸਿੰਘ ਜਦ ਮੰਜੇ 'ਤੇ ਪੈਣ ਲੱਗੇ ਤਾਂ ਬਾਬਾ ਜਰਨੈਲ ਸਿੰਘ ਹੁਣਾਂ ਨੇ ਕੁਦਰਤੀ ਜਦ ਆਪਣੇ ਸੀਸ ਦੇ ਉੱਤੇ ਹੱਥ ਮਾਰਿਆ ਤੇ ਕੀ ਦੇਖਿਆ ਕਿ ਆਪਣੇ ਸਿਰ ਦੇ ਵਾਲਾਂ ਦੇ ਵਿੱਚੋਂ ਇਹਨਾਂ ਦਾ ਜਿਹੜਾ ਕੰਘਾ ਸੀਗਾ ਕੇਸਾਂ ਦੇ ਵਿੱਚੋਂ ਗਾਇਬ ਸੀਗਾ। ਜਦ ਕੇਸਾਂ 'ਚ ਕੰਘਾ ਗਾਇਬ ਸੀਗਾ ਤੇ ਉਸ ਟਾਈਮ ਫਿਰ ਬਾਬਾ ਜਰਨੈਲ ਸਿੰਘ ਹੁਣਾਂ ਦੇ ਮਨ ਦੇ ਵਿੱਚ ਆਇਆ ਕਿ ਮੇਰਾ ਕੰਘਾ ਕੇਸਾਂ ਤੋਂ ਕਿੱਥੇ ਗਿਆ ਹੈਗਾ। ਫਿਰ ਅਖੀਰ ਮਨ 'ਚ ਆਇਆ ਵੀ ਜਦੋਂ ਅਸੀਂ ਰਸਤੇ 'ਚ ਆਉਂਦੇ ਸੀ ਹੋ ਸਕਦਾ ਹਨੇਰੇ ਦੇ ਵਿੱਚ ਡਿੱਗ ਪਿਆ ਹੋਵੇ, ਪਰ ਜਦੋਂ ਫਿਰ ਟੋਲ ਕੀਤੀ ਗਈ ਕਿਉਂਕਿ ਹਨੇਰੇ ਦੇ ਵਿੱਚ ਕੰਘਾ ਉਹਨਾਂ ਟਾਈਮਾਂ 'ਚ ਨਹੀਂ ਮਿਲਿਆ। ਪਰ ਫਿਰ ਉਸ ਟਾਈਮ ਬਾਬਾ ਜਰਨੈਲ ਸਿੰਘ ਦੇ ਮਨ ਦੇ ਵਿੱਚ ਆਇਆ ਕਿ ਸਾਡੇ ਲਾਗੇ ਹੈ ਨਾ ਦੌਲਤ ਰਾਮ ਦੀ ਹੱਟੀ ਹੈਗੀ ਆ ਤੇ ਉੱਥੋਂ ਕੰਘਾ ਮਿਲ ਜਾਂਦਾ ਹੈਗਾ, ਕਿਉਂ ਨਾ ਹੋਵੇ ਵੀ ਇਸ ਟਾਈਮ ਦੌਲਤ ਰਾਮ ਨੂੰ ਜਗਾ ਕੇ ਉਹਦੀ ਹੱਟੀ ਖੜਾ ਕੇ ਕੰਘਾ ਲਿਆ ਜਾਵੇ, ਕਿਉਂਕਿ ਕੰਘੇ ਤੋਂ ਬਿਨਾਂ ਸਿੱਖ ਦੀ ਜਿਹੜੀ ਰਹਿਤ ਬਹਿਤ ਹੈਗੀ ਆ ਉਹ ਪੂਰੀ ਨਹੀਂ ਹੁੰਦੀ ਹੈਗੀ। ਕਿਉਂਕਿ ਇੱਕ ਕਾਰ ਦਾ ਨਾਂ ਹੋਣਾ ਸਿੱਖੀ ਦੇ ਵਿੱਚ ਇਹ ਬਹੁਤ ਵੱਡੀ ਮਨ ਨਮੋਸ਼ੀ ਮੰਨੀ ਜਾਂਦੀ ਆ। ਫਿਰ ਉਸ ਟਾਈਮ ਬਾਬਾ ਜਰਨੈਲ ਸਿੰਘ ਹੁਣਾਂ ਨੇ ਆਪਣੇ ਭਰਾ ਹਰਜੀਤ ਸਿੰਘ ਦੇ ਨਾਲ ਤੇ ਦੌਲਤ ਰਾਮ ਦੀ ਹੱਟੀ ਦੇ ਉੱਤੇ ਜਾ ਕੇ ਦਸਖਤ ਦਿੱਤੀ। ਜਦ ਆਵਾਜ਼ ਮਾਰੀ ਤਾਂ ਉਸ ਟਾਈਮ ਜਿਹੜੇ ਸੀ ਦੌਲਤ ਰਾਮ ਉਹ ਆਪਣੇ ਕੋਠੇ 'ਤੇ ਸੁੱਤੇ ਪਏ ਸੀ, ਪਰ ਜਦੋਂ ਇਹ ਆਵਾਜ਼ ਉਹਨਾਂ ਨੇ ਸੁਣੀ ਆ ਉਸ ਟਾਈਮ ਅੱਧੀ ਰਾਤ ਦਾ ਟਾਈਮ ਸੀਗਾ ਤੇ ਜਦੋਂ ਮਹਾਂਪੁਰਖਾਂ ਨੇ ਕਿਹਾ ਵੀ ਆਪਣੀ ਹੱਟੀ ਖੋਲ੍ਹ, ਸਾਨੂੰ ਕੰਘਾ ਚਾਹੀਦਾ ਹੈਗਾ, ਮੇਰਾ ਕੰਘਾ ਗਵਾਚ ਗਿਆ, ਲੱਭਦਾ ਨਹੀਂ ਹੈਗਾ। ਪਰ ਫਿਰ ਜਦ ਦੌਲਤ ਰਾਮ ਨੇ ਦੇਖਿਆ ਕਿ ਅੱਧੀ ਰਾਤ ਨੂੰ ਕੰਘਾ ਮੰਗਣ ਵਾਲਾ ਮੈਂ ਜ਼ਿੰਦਗੀ ਦੇ ਵਿੱਚ ਪਹਿਲਾ ਸ਼ਖਸ ਦੇਖਿਆ ਹੈਗਾ, ਪਰ ਨੀਂਦ ਦੀ ਲਪੇਟ ਕਰਕੇ ਦੌਲਤ ਰਾਮ ਨੇ ਕਹਿਤਾ ਕਿ ਹੁਣ ਤਾਂ ਮੈਂ ਹੱਟੀ ਨਹੀਂ ਖੋਲ੍ਹਣੀ, ਤੂੰ ਸਵੇਰੇ ਮੈਂ ਤੈਨੂੰ ਕੰਘਾ ਦਊਂਗਾ। ਪਰ ਮਹਾਂਪੁਰਖਾਂ ਦੇ ਵਾਰ-ਵਾਰ ਕਹਿਣ ਦੇ ਉੱਤੇ ਵੀ ਦੌਲਤ ਰਾਮ ਨੇ ਉਸ ਟਾਈਮ ਹੱਟੀ ਨਹੀਂ ਸੀ ਖੋਲ੍ਹੀ। ਉਸ ਤੋਂ ਬਾਅਦ ਫਿਰ ਬਾਬਾ ਜਰਨੈਲ ਸਿੰਘ ਹੁਣ ਜਿਹੜੇ ਵਾਪਸ ਆਪਣੀ ਹਵੇਲੀ ਆ ਗਏ ਸੀਗੇ। ਜਦ ਹਵੇਲੀ ਆਏ ਪਰ ਕੰਘੇ ਤੋਂ ਬਗੈਰ ਸਾਰੀ ਰਾਤ ਬਾਬਾ ਜਰਨੈਲ ਸਿੰਘ ਹੁਣੀ ਜਿਹੜੇ ਸੀ ਉਹ ਸੁੱਤੇ ਨਹੀਂ ਸੀਗੇ। ਪਰ ਜਦ ਥੋੜ੍ਹਾ ਜਿਹਾ ਦਿਨ ਚੜ੍ਹਿਆ ਉੱਠਦੇ ਸਾਰੀ ਜਦ ਕੰਘਾ ਲੱਭਣਾ ਸ਼ੁਰੂ ਕੀਤਾ, ਅਕਾਲ ਪੁਰਖ ਦੀ ਕਿਰਪਾ ਹੋਈ ਆ ਕਿ ਜਿਸ ਜਗ੍ਹਾ ਕੰਘਾ ਡਿੱਗਿਆ ਸੀਗਾ ਉੱਥੋਂ ਸਪਸ਼ਟ ਨਜ਼ਰ ਆ ਗਿਆ ਤੇ ਇਹ ਕੰਘਾ ਚੱਕ ਕੇ ਮਹਾਂਪੁਰਖਾਂ ਨੇ ਪਹਿਲਾਂ ਜਲ ਦੇ ਨਾਲ ਸਾਫ਼ ਕੀਤਾ ਤੇ ਫਿਰ ਅਰਦਾਸ ਬੇਨਤੀ ਕਰਕੇ ਆਪਣੇ ਕੇਸਾਂ ਦੇ ਵਿੱਚ ਇਹ ਕੰਘਾ ਦੁਬਾਰਾ ਸਜਾ ਲਿਆ। ਜਦ ਕੰਘਾ ਦੁਬਾਰਾ ਸਜਾ ਲਿਆ ਤੇ ਉਸ ਤੋਂ ਬਾਅਦ ਫਿਰ ਬਾਬਾ ਜਰਨੈਲ ਸਿੰਘ ਹੁਣੀ ਜਦੋਂ ਆਪਣੇ ਪਰਿਵਾਰ ਭਰਾਵਾਂ ਦੇ ਨਾਲ ਜਦ ਪੱਠੇ ਲੈਣ ਗਏ ਖੇਤਾਂ ਦੇ ਵਿੱਚ ਤੇ ਸਾਹਮਣੇ ਜਿਹੜਾ ਸਵੇਰਾ ਸੀਗਾ ਤੇ ਸਾਹਮਣਿਓਂ ਦੌਲਤ ਰਾਮ ਤੁਰਾ ਆਵੇ। ਜਦ ਸਾਹਮਣੇ ਦੌਲਤ ਰਾਮ ਤੁਰਾ ਆਵੇ ਤੇ ਬਾਬਾ ਜੀ ਦੇ ਮਨ ਦੇ ਵਿੱਚ ਦੌਲਤ ਰਾਮ ਨੂੰ ਦੇਖ ਕੇ ਰਾਤ ਦੀ ਗੱਲ ਯਾਦ ਆ ਗਈ ਤੇ ਫਿਰ ਉਸ ਟਾਈਮ ਬਾਬਾ ਜਰਨੈਲ ਸਿੰਘ ਹੁਣੀ ਆਪਣੇ ਗੱਡੇ ਤੋਂ ਥੱਲੇ ਉਤਰ ਕੇ ਦੌਲਤ ਰਾਮ ਨੂੰ ਕਹਿਣ ਲੱਗੇ ਕਿ ਮੈਂ ਤੈਨੂੰ ਸਾਰੀ ਰਾਤ ਕੰਘਾ ਲੈਣ ਵਾਸਤੇ ਬੇਨਤੀ ਅਰਜ਼ ਕਰਦਾ ਰਿਹਾ, ਪਰ ਤੂੰ ਸਾਡੇ ਕਹਿਣ 'ਤੇ ਦੁਕਾਨ ਨਹੀਂ ਖੋਲ੍ਹੀ। ਜਦ ਇੰਨੀ ਗੱਲ ਹੋਈ ਆ ਤੇ ਫਿਰ ਉਹ ਦੌਲਤ ਰਾਮ ਕਹਿਣ ਲੱਗਾ ਕਿ ਇੱਕ ਕੰਘੇ ਬਦਲੇ ਤੂੰ ਅੱਧੀ ਰਾਤ ਨੂੰ ਸਾਡੇ ਕੁੰਡੇ ਖੜਕਾਉਂਦਾ ਸੀਗਾ
ਤੇ ਕੰਗੇ ਦਾ ਕੀ ਆ, ਕੰਗਾ ਤਾਂ ਮੈਂ ਤੈਨੂੰ ਸਵੇਰੇ ਵੀ ਮਿਲ ਜਾਣਾ ਸੀ। ਜਦ ਇੰਨੀ ਗੱਲ ਹੋਈ ਆ ਤੇ ਫਿਰ ਬਾਬਾ ਜੀ ਨੇ ਦੌਲਤ ਰਾਮ ਨੂੰ ਜਿਹੜਾ ਸੀਗਾ ਇੱਥੋਂ ਤੱਕ ਕਹਿਤਾ, ਕਹਿਣ ਲੱਗੇ ਕਹਿੰਦੇ ਦੇਖ ਭਾਈ, ਇਹ ਕੰਗਾ ਕੋਈ ਸਧਾਰਨ ਕੰਗਾ ਨਹੀਂ ਹੈਗਾ, ਇਹ ਤਾਂ ਕੰਗਾ ਮੇਰੇ ਗੁਰੂ ਦਾ ਕਕਾਰ ਹੈਗਾ। ਤੂੰ ਸਿੱਖ ਆਪਣੇ ਕਕਾਰ ਦੇ ਬਿਨਾਂ ਇਸ ਤਰ੍ਹਾਂ ਨਹੀਂ ਰਹਿ ਸਕਦਾ ਜਿਵੇਂ ਮੱਛੀ ਜਿਹੜੀ ਉਹ ਜਲ ਦੇ ਬਿਨਾਂ ਨਹੀਂ ਰਹਿ ਸਕਦੀ। ਜਦ ਇਸ ਤਰ੍ਹਾਂ ਕਰਦੇ ਕਰਨਾ ਬਾਬਾ ਜੀ ਨੇ ਥੋੜ੍ਹਾ ਤਕਰਾਰ ਦੌਲਤ ਰਾਮ ਦੇ ਨਾਲ ਕੀਤਾ ਸੀ, ਫਿਰ ਦੌਲਤ ਰਾਮ ਚੁੱਪ ਕਰ ਗਿਆ ਸੀਗਾ। ਪਰ ਫਿਰ ਦੌਲਤ ਰਾਮ ਦੇ ਮਨ 'ਚ ਆਈ ਕਿ ਕਿਉਂ ਨਾ ਹੋਵੇ ਇਹਨਾਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਹੋਣਾ ਨੂੰ ਜਾ ਕੇ ਇਹ ਸਾਰੀ ਗੱਲਬਾਤ ਉਹਨਾਂ ਦੇ ਪਾਸ ਸਾਂਝੀ ਕਰਾਂ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਬਾਬਾ ਜੋਗਿੰਦਰ ਸਿੰਘ ਜੀ ਪਿੰਡ ਦੇ ਸਰਪੰਚ ਸੀਗੇ। ਫਿਰ ਦੌਲਤ ਰਾਮ ਸਿੱਧਾ ਬਾਬਾ ਜੋਗਿੰਦਰ ਸਿੰਘ ਦੇ ਪਾਸ ਗਿਆ ਤੇ ਉਹਨਾਂ ਦੀ ਜਿਹੜੀ ਸਾਰੀ ਗੱਲਬਾਤ ਸੀ ਬਾਬਾ ਜਰਨੈਲ ਸਿੰਘ ਹੋਣਾ ਦੀ, ਉਹਨਾਂ ਨੇ ਜਾ ਕੇ ਬਾਬਾ ਜੋਗਿੰਦਰ ਸਿੰਘ ਦੇ ਨਾਲ ਸਾਂਝੀ ਕੀਤੀ। ਫਿਰ ਬਾਬਾ ਜੋਗਿੰਦਰ ਸਿੰਘ ਨੇ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਹੋਣਾ ਨੂੰ ਆਪਣੇ ਪਾਸ ਬੁਲਾਇਆ ਤੇ ਸਾਰੀ ਰਾਤ ਦੀ ਗੱਲਬਾਤ ਪੁੱਛੀ। ਪਰ ਇਸ ਗੱਲਬਾਤ ਦੇ ਵਿੱਚ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਹੋਣਾ ਨੇ ਸਪਸ਼ਟ ਕਹਿ ਦਿੱਤਾ ਕਿ ਦੇਖੋ, ਜਦੋਂ ਸਿੱਖ ਗੁਰੂ ਦੇ ਨਾਲ ਜੁੜ ਗਿਆ, ਅੰਮ੍ਰਿਤ ਛਕ ਲਿਆ, 5 ਕਕਾਰਾਂ ਦਾ ਧਾਰਨੀ ਹੋ ਗਿਆ ਤੇ ਉਹਦੇ ਵਿੱਚੋਂ ਇੱਕ ਕਕਾਰ ਸੀ ਮੇਰਾ ਰਾਤ ਦਾ ਗੁੰਮ ਹੋ ਗਿਆ। ਪਰ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਤਾਂ ਸਿੱਖ ਗੁਰੂ ਦੇ ਕਕਾਰ ਬਿਨਾਂ ਕਿਵੇਂ ਰਹਿ ਸਕਦਾ ਹੈਗਾ। ਤਾਂ ਫਿਰ ਬਾਬਾ ਜੋਗਿੰਦਰ ਸਿੰਘ ਨੇ ਦੌਲਤ ਰਾਮ ਨੂੰ ਕਿਹਾ ਸੀਗਾ ਵੀ ਤੇਰੀ ਗਲਤੀ ਹੈਗੀ ਹੈ, ਤੈਨੂੰ ਉਸ ਟਾਈਮ ਦੁਕਾਨ ਖੋਲ੍ਹ ਕੇ ਕੰਗਾ ਜ਼ਰੂਰ ਦੇਣਾ ਚਾਹੀਦਾ ਸੀਗਾ, ਤੂੰ ਸਿੱਖ ਦੀ ਤੜਫ ਨਹੀਂ ਦੇਖੀ ਹੈਗੀ, ਤੈਂ ਆਪਣੀ ਨੀਂਦ ਦੇਖੀ ਆ। ਫਿਰ ਦੌਲਤ ਰਾਮ ਨੇ ਮਾफ़ੀ ਮੰਗੀ ਸੀ। ਫਿਰ ਦੁਬਾਰਾ ਜਿਹੜੀ ਸੀ ਇਹ ਗੱਲ ਆਖੀ ਸੀ ਕਿ ਅੱਗੇ ਤੋਂ ਮੈਂ ਅਜਿਹੀ ਕੋਈ ਗਲਤੀ ਨਹੀਂ ਕਰੂੰਗਾ। ਇਸ ਤੋਂ ਪਤਾ ਲੱਗਦਾ ਹੈਗਾ ਕਿ ਮਹਾਂਪੁਰਖ ਬਾਬਾ ਜਰਨੈਲ ਸਿੰਘ ਹੋਣੀ 5 ਕਕਾਰਾਂ ਦੇ ਧਾਰਨੀ ਹੋ ਕੇ ਕਿੰਨੀ ਦ੍ਰਿੜਤਾ ਦੇ ਵਿੱਚ ਉਹਨਾਂ ਨੇ ਆਪਣੀ ਸਿੱਖੀ ਦੀ ਪਰਪੱਕਤਾ ਨੂੰ ਹੋਰ ਵੀ ਪਕਾਇਆ। ਔਰ ਇਸ ਤਰ੍ਹਾਂ ਜਿਹੜੀ ਸਿੱਖੀ ਸੀਗੀ, ਜਿਸ ਨੂੰ ਗੁਰਬਾਣੀ ਵਿੱਚ ਆਖਿਆ ਹੈ, ਗੁਰਸਿੱਖੀ ਬਰੀਕ ਹੈ ਖੰਡੇ ਧਰ ਗਲੀ ਅਤ ਭੀੜੀ, ਉੱਥੇ ਟਿਕੇ ਨਾ ਭੁਣ ਹੁਣ ਚੱਲ ਨਾ ਸਕੇ ਉੱਪਰ ਕੀੜੀ, ਬਾਹਲੋਂ ਨਿੱਕੀ ਆਖੀਏ ਤੇਲ ਤਿਲੋਂ ਲੈ ਕੋਲੂ ਪੀੜੀ। ਸੋ ਇਸ ਦਾ ਜਿਹੜਾ ਭਾਵ ਹੈਗਾ, ਇਸ ਨੂੰ ਕੇਵਲ ਤੇ ਕੇਵਲ ਬਾਬਾ ਜਰਨੈਲ ਸਿੰਘ ਹੁਣਾਂ ਨੇ ਆਪਣੇ ਜੀਵਨ ਦੇ ਵਿੱਚ ਹੰਢਾਇਆ ਹੈਗਾ। ਤਦੇ ਹੀ ਥੋੜ੍ਹੇ ਸਾਲਾਂ ਦੇ ਵਿੱਚ ਇਹ ਜਿਹੜੀਆਂ ਬੁਲੰਦੀਆਂ ਸੀਗੀਆਂ ਚੜ੍ਹਦੀ ਕਲਾਂ ਵਾਲੀਆਂ, ਇਹ ਕੇਵਲ ਤੇ ਕੇਵਲ ਬਾਬਾ ਜਰਨੈਲ ਸਿੰਘ ਹੁਣਾਂ ਦੇ ਹਿੱਸੇ ਆਈਆਂ। ਸੋ ਦਾਸ ਉਹਨਾਂ ਦੇ ਜੀਵਨ ਦੀ ਫਿਲਹਾਲ ਇੰਨੀਆਂ ਹੀ ਵਿਚਾਰਾਂ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕੋ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।